ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਆਖੋ ਵੀ ਜਾਣਦੇ ਹੋ ਕਿ ਵਿਦੇਸ਼ਾਂ ਦੇ ਵਿੱਚ ਰੈਫਰੈਂਡਮ 2020 ਦੀਆਂ ਮੁਹਿੰਮਾਂ ਵਿੱਢੀਆਂ ਗਈਆਂ ਨੇ। ਗੱਲ ਚਾਹੇ ਧਾਰੀਵਾਲ ਦੀ ਹੋਵੇ, ਗੁਰਪਤਵੰਤ ਸਿੰਘ ਪੰਨੂ ਦੀ। ਇਹ ਦੋਵੇਂ ਭਾਰਤ ਸਰਕਾਰ ਦੇ ਨਿਸ਼ਾਨੇ ਤੇ ਪਹਿਲਾਂ ਤੋਂ ਹੀ ਸਨ, ਪਰ ਹੁਣ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਜੈਜ਼ੀ ਬੀ ਵੀ ਕਿਤੇ ਨਾ ਕਿਤੇ ਸਰਕਾਰਾਂ ਦੇ ਨਿਸ਼ਾਨੇ ਤੇ ਆਂਦਾ ਹੋਇਆ ਨਜ਼ਰ ਆ ਰਿਹਾ ਹੈ। ਹਾਲ ਹੀ ਦੇ ਵਿੱਚ ਰਵਨੀਤ ਬਿੱਟੂ ਨੇ ਯੂਥ ਕਾਂਗਰਸ ਦੇ ਸਾਰੇ ਹੀ ਆਗੂਆਂ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਉਹ ਆਪਣੇ ਨਜ਼ਦੀਕੀ ਥਾਣੇ ਵਿੱਚ ਜਾ ਕੇ ਦੇਸ਼ ਧਰੋਹ ਦਾ ਪਰਚਾ ਦਰਜ ਕਰਵਾਉਣ ਦਲਜੀਤ ਦੋਸਾਂਝ ਅਤੇ ਜੈਜ਼ੀ ਬੀ ਦੇ ਖਿਲਾਫ, ਕਿਉਂਕਿ ਦੋਹਾਂ ਨੇ ਖਾਲਿਸਤਾਨ ਦੀ ਹਿਮਾਇਤ ਕੀਤੀ ਹੈ। ਦੇਸ਼ ਤੋਂ ਉੱਤੇ ਕੁਛ ਨਹੀਂ। ਜੇ ਆਪਾਂ ਆਪਣੇ ਦੇਸ਼ ਦੇ, ਆਪਣੇ ਮਿੱਟੀ ਦੇ ਨਾ ਬਣ ਸਕੇ, ਆਪਣੀ ਮਾਂ ਦੇ ਨਾ ਬਣ ਸਕੇ, ਤੇ ਮੈਂ ਸਮਝਦਾ ਫਿਰ ਲੱਖ ਲਾਹਨਤ ਆ। ਇਹ ਮੈਂ ਕਿਉਂ ਕਹਿ ਰਿਹਾ, ਤੁਸੀਂ ਕਹੋਗੇ ਬਾਰ-ਬਾਰ ਕਿਉਂ ਗੱਲ ਕਰ ਰਹੇ ਹਾਂ? ਕਿਉਂ? ਕਿਉਂਕਿ ਜਿਹੜਾ ਉਹਨਾਂ ਨੇ ਰੈਫਰੈਂਡਮ 2020 ਰੱਖਿਆ, ਉਹਦੀ ਜਿਹੜੀ ਵੋਟਿੰਗ ਆ, ਉਹਦੀ ਮੈਂਬਰਸ਼ਿਪ ਆ ਜਿਹੜੀ, ਉਹ ਜੁਲਾਈ 4 ਤੋਂ ਸ਼ੁਰੂ ਕਰਤੀ ਹੈ। ਤੇ ਰੋਜ਼ ਤੁਹਾਡੇ ਟੈਲੀਫੋਨਸ ਤੇ ਮੈਸੇਜ ਆਉਂਦੇ ਆ। ਉਹਦੀ ਕੋਈ ਗੱਲ ਨਹੀਂ, ਉਹ ਗੁੱਤ ਵਾਲੇ ਪੰਨੂ ਨੂੰ ਸਾਂਭ ਲਾਂਗੇ, ਜਾਂ ਇੱਕ ਹੋਰ ਉਹ ਟੈਲੀਵਿਜ਼ਨ ਜਾਂ ਸ਼ੁਰੂ ਉੱਤੇ ਟੀਵੀ ਤੇ ਧਾਰੀਵਾਲ ਕੋਈ ਬੋਲਦਾ, ਉਹ ਸਭ ਸਾਂਭੇ ਜਾਣਗੇ। ਇੱਥੇ ਦੇਖਦੇ ਆ ਉਹਨਾਂ ਦਾ ਕੌਣ। ਜੈਜ਼ੀ ਬੀ ਤੇ ਦੋਸਾਂਝ ਅੱਜ ਬੇਸ਼ੱਕ ਕੈਨੇਡਾ 'ਚ ਬੈਠੇ ਆ, ਪਰ ਜਿੱਦਣ ਇਹ ਲਾਕਡਾਊਨ ਖੁੱਲ੍ਹਣੇ ਆ, ਜਿੱਦਣ ਇਹ ਜਿਹੜਾ ਕੋਵਿਡ ਆ, ਕਰੋਨਾ ਨੇ ਜਾਣਾ, ਮਹਾਮਾਰੀ ਨੇ, ਸਭ ਕੁਝ ਜਹਾਜ਼ ਏਅਰਲਾਈਨਸ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਮੁੜ ਕੇ ਇਹਨਾਂ ਨੇ ਪੰਜਾਬ 'ਚ ਹੀ ਆਉਣਾ। ਤੁਸੀਂ ਆਹ ਜਿਹੜੇ ਦੋ ਨੇ, ਉਹਨਾਂ ਦੀਆਂ ਗੱਲਾਂ ਛੱਡੋ, ਪੰਨੂ ਤੇ ਧਾਰੀਵਾਲ ਦੀਆਂ। ਤੁਸੀਂ ਜਿਹੜੇ ਦੋ ਬੰਦੇ ਆ, ਜਿਹੜੇ ਸਿੰਗਰ ਉਰੇ ਹੋ, ਜਿਹਨੂੰ ਤੁਹਾਨੂੰ ਬਣਾਇਆ, ਜਿਨ੍ਹਾਂ ਨੇ ਉਰੇ ਹੋ, ਤੇ ਉਰੇ ਹੀ ਤੁਸੀਂ ਆ ਕੇ ਇੰਡਸਟਰੀ 'ਚ ਕੰਮ ਕਰਨਾ। ਤੇ ਤੁਸੀਂ ਦੋਸਾਂਝ ਸਾਹਿਬ ਕਹਿ ਰਹੇ ਹੋ ਸਾਡੇ ਨੌਜਵਾਨਾਂ ਨੂੰ ਵੀ ਮੋਢੇ ਤੇ ਕਹੀ ਦੀ ਤੋਂ ਬੰਦੂਕ ਰੱਖ ਲਓ, ਰੰਗਰੂਟ ਬਣ ਜਾਓ। ਤੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ, ਜਿੰਨੇ ਵੀ ਮੇਰੇ ਨਾਲ ਮੇਰੇ ਸਾਥੀ 2008 ਦੇ ਵਿੱਚ ਜਿਹੜੀ ਯੂਥ ਕਾਂਗਰਸ ਦੀ ਇਲੈਕਸ਼ਨ ਹੋਈ ਸੀ, ਉਸ ਵੇਲੇ ਦੇ ਸਾਰੇ ਹੀ ਮੇਰੇ ਨਾਲ ਦੇ ਸਟੇਟ ਬਾਡੀ, ਚਾਹੇ ਵਾਈਸ ਪ੍ਰੈਜ਼ੀਡੈਂਟ, ਜਨਰਲ ਸੈਕਟਰੀ, ਸੈਕਟਰੀ ਸਾਹਿਬਾਨ, ਮੇਰੇ ਸਾਰੇ ਹੀ ਉਸ ਵੇਲੇ ਦੇ ਜ਼ਿਲ੍ਹੇ ਪ੍ਰਧਾਨ, ਉਸ ਵੇਲੇ ਬਲਾਕ ਪ੍ਰੈਜ਼ੀਡੈਂਟ, ਡੈਲੀਗੇਟ, ਜਨਰਲ ਸੈਕਟਰੀ, ਸੈਕਟਰੀਜ਼, ਵਾਈਸ ਪ੍ਰੈਜ਼ੀਡੈਂਟ, ਸਾਰੇ ਹੀ 2008 ਦੀ ਟੀਮ ਨੂੰ ਮੇਰੀ ਬੇਨਤੀ ਆ। ਤੇ ਆਪਣੇ ਆਪਣੇ ਜਿਹੜਾ ਵੀ ਨੇੜੇ ਪੁਲਿਸ ਸਟੇਸ਼ਨ, ਸਬ ਡਿਵੀਜ਼ਨ ਆ, SDM ਆ, DC ਆ, ਇੰਸਪੈਕਟਰ ਆ, ਮੰਡੇ ਤੇ ਟਿਊਜ਼ਡੇ ਦੋਨੋਂ ਦਿਨ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਵੀ ਇਹਨਾਂ ਦੇ ਖਿਲਾਫ ਪਰਚੇ ਦਰਜ ਹੋਣ। ਸਾਡੇ ਦੇਸ਼ ਦੇ ਦੇਸ਼ ਧਰੋਹ ਇਹਨਾਂ ਨੇ ਕੀਤਾ, ਜਿਵੇਂ ਪੰਨੂ ਦੇ ਖਿਲਾਫ ਹੋ ਰਹੇ ਆ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਤੁਹਾਨੂੰ ਪਤਾ, ਬਹੁਤ ਹੀ ਤਾਕਤਾਂ ਜਿਹੜੀਆਂ ਉਹ ਦੇਸ਼ ਦੇ ਮਗਰ ਲੱਗੀਆਂ ਏ, ਚਾਹੇ ਪਾਕਿਸਤਾਨ ਹੋਵੇ, ਚਾਹੇ ਚਾਈਨਾ ਹੋਵੇ, ਤੇ ਚਾਹੇ ਸਾਡੇ ਆਪ ਦੇ ਲੋਕ ਨੇ ਜਿਹੜੇ ਉਹ ਦੁਸ਼ਮਣ ਬਣੇ ਹੋਏ ਨੇ। ਚਾਹੇ ਜਥੇਦਾਰ ਸਾਹਿਬ ਦੀ ਗੱਲ ਕੀਤੀ ਜਾਵੇ, ਉਹ ਚਲੋ ਗੱਲ ਮੈਂ ਕਰਾਂਗਾ ਉਸ ਚੀਜ਼ ਦਾ ਹਿਸਾਬ, ਪਰ ਜਿਹੜੇ ਸਾਡੇ ਲੋਕਾਂ ਦੇ ਵਿਆਹਾਂ ਤੇ, ਲੋਕਾਂ ਦੇ ਖੁਸ਼ੀਆਂ ਦੇ ਵਿੱਚ, ਲੋਕਾਂ ਨੂੰ ਆਪਣੀ ਫਿਲਮ ਇੰਡਸਟਰੀ ਦੇ ਵਿੱਚ ਜਾ ਕੇ ਤੇ ਲੋਕਾਂ ਨੇ ਉਹਨਾਂ ਨੂੰ ਮਾਣ ਦਿੱਤਾ, ਉਹਨਾਂ ਦਾ ਦੇਸ਼ ਦੁਨੀਆ 'ਚ ਨਾਂ ਬਣਾਇਆ, ਉਹਨਾਂ 'ਚੋਂ ਜੈਜ਼ੀ ਬੀ ਤੇ ਦੂਜਾ ਦਲਜੀਤ ਦੋਸਾਂਝ। ਮੈਂ ਹੈਰਾਨ ਹੋ ਗਿਆ। ਮੇਰਾ ਇਹ 'ਚ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ, ਮੇਰਾ ਕੋਈ ਇਹ 'ਚ ਆਪ ਦਾ ਸਵਾਰਥ ਨਹੀਂ ਗਾ। ਕੋਈ ਸਿਰਫ ਤੇ ਸਿਰਫ ਜੇ ਗੱਲ ਆ, ਉਹ ਦੇਸ਼ ਦੀ ਆ। ਦੇਸ਼ ਤੋਂ ਉੱਤੇ ਕੁਛ ਨਹੀਂ। ਜੇ ਆਪਾਂ ਆਪਣੇ ਦੇਸ਼ ਦੇ, ਆਪਣੇ ਮਿੱਟੀ ਦੇ ਨਾ ਬਣ ਸਕੇ, ਆਪਣੀ ਮਾਂ ਦੇ ਨਾ ਬਣ ਸਕੇ, ਤੇ ਮੈਂ ਸਮਝਦਾ ਫਿਰ ਲੱਖ ਲਾਹਨਤ ਆ ਆਪਣੇ ਇਸ ਦੇਸ਼ ਦੀ ਧਰਤੀ ਤੇ ਪੈਦਾ ਹੋਣ ਤੇ। ਜੇ ਇੱਕ ਆਪਾਂ ਨੂੰ ਮਾਂ ਪੈਦਾ ਕਰਨ ਵਾਲੀ ਆ, ਤੇ ਇਹ ਧਰਤੀ ਮਾਂ ਜਿਹੜੀ ਸਾਨੂੰ ਸਭ ਕੁਝ ਦਿੰਦੀ ਆ, ਅੱਜ ਉਹਦੇ ਦੁਸ਼ਮਣ ਜਿਹੜੇ ਲੋਕ ਬਣੇ ਬੈਠੇ ਆ। ਕਿਉਂਕਿ ਇਹ ਮੈਂ ਕਿਉਂ ਕਹਿ ਰਿਹਾ, ਤੁਸੀਂ ਕਹੋਗੇ ਬਾਰ-ਬਾਰ ਕਿਉਂ ਗੱਲ ਕਰ ਰਹੇ ਹਾਂ? ਕਿਉਂ? ਕਿਉਂਕਿ ਜਿਹੜਾ ਉਹਨਾਂ ਨੇ ਰੈਫਰੈਂਡਮ 2020 ਰੱਖਿਆ, ਉਹਦੀ ਜਿਹੜੀ ਵੋਟਿੰਗ ਆ, ਉਹਦੀ ਮੈਂਬਰਸ਼ਿਪ ਆ ਜਿਹੜੀ, ਉਹ ਜੁਲਾਈ 4 ਤੋਂ ਸ਼ੁਰੂ ਕਰਤੀ ਹੈ। ਤੇ ਰੋਜ਼ ਤੁਹਾਡੇ ਟੈਲੀਫੋਨਸ ਤੇ ਮੈਸੇਜ ਆਉਂਦੇ ਆ। ਉਹਦੀ ਕੋਈ ਗੱਲ ਨਹੀਂ, ਉਹ ਗੁੱਤ ਵਾਲੇ ਪੰਨੂ ਨੂੰ ਸਾਂਭ ਲਾਂਗੇ, ਜਾਂ ਇੱਕ ਹੋਰ ਉਹ ਟੈਲੀਵਿਜ਼ਨ ਜਾਂ ਸ਼ੁਰੂ ਉੱਤੇ ਟੀਵੀ ਤੇ ਧਾਰੀਵਾਲ ਕੋਈ ਬੋਲਦਾ, ਉਹ ਸਭ ਸਾਂਭੇ ਜਾਣਗੇ। ਇੱਥੇ ਦੇਖਦੇ ਆ ਉਹਨਾਂ ਦਾ ਕੌਣ ਤੇ ਕਿਵੇਂ ਉਹਨਾਂ ਨਾਲ ਨਜਿੱਠਿਆ ਜਾਏਗਾ। ਉਹ ਸਾਰੀਆਂ ਗੱਲਾਂ ਧਮਕੀ ਦੇਣ ਵਾਲੀ ਗੱਲ ਨਹੀਂ ਗੀ, ਪਰ ਜਿਹੜਾ ਸਾਡੇ ਦੇਸ਼ ਵੱਲ ਦੇਖੇਗਾ, ਉਹ ਅਸੀਂ ਤੇ ਸਾਡਾ ਦੇਸ਼
ਦਾ ਕਾਨੂੰਨ ਸੰਵਿਧਾਨ ਸਰਕਾਰ ਉਹਨੂੰ ਨਹੀਂ ਬਖਸ਼ੇਗੀ। ਉਹ ਉੱਥੇ ਬੈਠੇ ਬੜੀਆਂ ਬੜੀਆਂ ਗੱਲਾਂ ਜ਼ਰੂਰ ਕਰਦੇ ਆ, ਪਰ ਇਹਨਾਂ ਨੇ ਨਾ ਪੰਨੂ ਨੇ ਨਾ ਧਾਰੀਵਾਲ ਨੇ, ਇਹਨਾਂ ਨੇ ਤਾਂ ਵੜਨਾ ਨਹੀਂ ਆਪਣੇ ਦੇਸ਼ 'ਚ, ਤੇ ਇਸ ਕਰਕੇ ਇਹ ਤਾਂ ਪਰੇ ਬੈਠੇ ਜੋ ਮਰਜ਼ੀ ਭਗੌੜੇ ਕਰੀ ਜਾਣ ਗੱਲਾਂ। ਪਰ ਇਹ ਮੈਂ ਤੁਹਾਨੂੰ ਜਿਹੜੀ ਅੱਜ ਗੱਲ ਕਰਨ ਜਾ ਰਿਹਾ, ਜਿਹੜਾ ਜੈਜ਼ੀ ਬੀ ਤੇ ਦੁਸਾਂਝ ਅੱਜ ਬੇਸ਼ੱਕ ਕੈਨੇਡਾ 'ਚ ਬੈਠੇ ਆ, ਪਰ ਜਿੱਦਣ ਇਹ ਲੋਕਡਾਊਨ ਖੁੱਲ੍ਹਣੇ ਆ, ਜਿੱਦਣ ਇਹ ਜਿਹੜਾ ਕੋਵਿਡ ਆ, ਕਰੋਨਾ ਨੇ ਜਾਣਾ, ਮਹਾਮਾਰੀ ਨੇ, ਸਭ ਕੁਝ ਜਹਾਜ਼ 에ਅਰਲਾਈਨਸ ਚੱਲਣੀਆਂ ਸ਼ੁਰੂ ਹੋ ਜਾਣੀਆਂ, ਮੁੜ ਕੇ ਇਹਨਾਂ ਨੇ ਪੰਜਾਬ 'ਚ ਹੀ ਆਉਣਾ। ਇੱਕ ਕੀ ਕਹਿ ਰਿਹਾ ਨੌਜਵਾਨਾਂ ਨੂੰ, ਆਪ ਜਨਾਬ ਬੈਠਿਆ ਕੈਨੇਡਾ 'ਚ ਤੇ ਇੱਥੇ ਨੌਜਵਾਨਾਂ ਨੂੰ ਕਹਿ ਰਹੇ ਆ ਨਾਲ ਜੋੜ ਕੇ, ਦੇਖੋ 84 ਦੀ 84 ਦੀ ਉਹ ਤੋਂ ਵੱਡੀ ਦੁਖਦਾਂ ਕੋਈ ਗੱਲ ਹੋ ਹੀ ਨਹੀਂ ਸਕਦੀ, ਤੇ ਅਸੀਂ ਸਦਾ ਹੀ ਉਸ ਗੱਲ ਲਈ ਮੈਂ ਸਮਝਦਾ ਜਿੰਨੇ ਦੁਖੀ ਆ, ਜਿੰਨੇ ਉਹ ਗੱਲ ਨਾਲ ਮੈਂ ਸਮਝਦਾ ਹਮੇਸ਼ਾ ਜਿਹੜੀ ਉਹ ਅਸੀਂ ਕਿਸੇ ਨੂੰ ਮਾਫੀ ਨਹੀਂ ਦੇਵਾਂਗੇ, ਤੇ ਨਾ ਕੋਈ ਪੰਜਾਬੀ ਜਾਂ ਸਿੱਖ ਕੋਈ ਦੇਗਾ, ਤੇ ਉਹ ਹਮੇਸ਼ਾ ਸਾਡੇ ਯਾਦ 'ਚ ਜ਼ਿਹਨ 'ਚ ਉਹ ਗੱਲ ਰਹੇਗੀ। ਜਿੱਥੇ ਗੱਲ ਇਹ ਬਲੂ ਸਟਾਰ ਦੀ ਕਰਦੇ ਆ, ਗੁਰਦੁਆਰਾ ਸਾਹਿਬ ਤੁਸੀਂ ਤਾਂ ਉੱਥੇ ਬੈਠੇ ਹੋ, ਅਸੀਂ ਤਾਂ ਰੋਜ਼ ਦਰਬਾਰ ਸਾਹਿਬ ਦੇ ਸਾਡੇ ਪੰਜਾਬੀ ਜਾ ਕੇ ਦਰਸ਼ਨ ਕਰਦੇ ਆ, ਤੇ ਸਭ ਤੋਂ ਵੱਧ ਸਾਡੇ ਅਸੀਂ ਗੁਰੂ ਦੇ ਥੋਤੋਂ ਕਿਤੇ ਵੱਧ ਆ, ਅਸੀਂ ਤਾਂ ਗੁਰੂ ਦੇ। ਤੁਸੀਂ ਤਾਂ ਕਦੇ ਦਰਬਾਰ ਸਾਹਿਬ ਸ਼ਾਇਦ ਪਤਾ ਨਹੀਂ ਸਦੀਆਂ ਹੋ ਗਈਆਂ ਹੋਣੀਆਂ ਤੁਹਾਨੂੰ ਦਰਸ਼ਨ ਕੀਤਿਆਂ ਨੂੰ, ਤੇ ਇਸ ਕਰਕੇ ਤੁਸੀਂ ਆ ਜਿਹੜੇ ਦੋ ਨੇ ਉਹਨਾਂ ਦੀਆਂ ਗੱਲਾਂ ਛੱਡੋ, ਪੰਨੂ ਤੇ ਧਾਰੀਵਾਲ ਦੀਆਂ, ਤੁਸੀਂ ਜਿਹੜੇ ਦੋ ਬੰਦੇ ਹੋ, ਜਿਹੜੇ ਸਿੰਗਰ ਉਰੇ ਹੋ, ਜਿਹਨੂੰ ਤੁਹਾਨੂੰ ਬਣਾਇਆ, ਜਿਨ੍ਹਾਂ ਨੇ ਉਰੇ ਹੋ, ਤੇ ਉਰੇ ਹੀ ਤੁਸੀਂ ਆ ਕੇ ਇੰਡਸਟਰੀ 'ਚ ਕੰਮ ਕਰਨਾ, ਤੇ ਤੁਸੀਂ ਦੁਸਾਂਝ ਸਾਹਿਬ ਕਹਿ ਰਹੇ ਹੋ ਸਾਡੇ ਨੌਜਵਾਨਾਂ ਨੂੰ ਵੀ ਮੋਢੇ ਤੇ ਕਹੀ ਦੀ ਤੋਂ ਬੰਦੂਕ ਰੱਖ ਲਓ, ਰੰਗਰੂਟ ਬਣ ਜਾਓ। ਇਸ ਗੱਲ ਤੇ ਉਹ ਦੂਜਾ ਮੈਂ ਵੀਡੀਓ ਨਾਲ ਛੋਟੀ ਕਲਿੱਪ ਆ ਜਿਹੜਾ ਉਹ ਤੁਹਾਨੂੰ ਨਾਲ ਪਾ ਰਿਹਾ, ਜਿਹਦੇ ਵਿੱਚ ਇਹ ਬਾਲ ਖੜੇ ਹੋਣ ਕਰਨ ਵਾਲਾ ਜੈਜ਼ੀ ਬੀ ਉਰਿਓਂ ਤੁਸੀਂ ਬਣਾਇਆ, ਉਰਿਓਂ। ਮੈਂ ਨਹੀਂ ਇਹ ਗੱਲ ਕਹਿੰਦਾ, ਉਹਨਾਂ ਦੇ ਗਾਣੇ ਪਸੰਦ ਹੋ ਸਕਦੇ ਆ, ਉਹਨਾਂ ਦੀ ਪਿਕਚਰਾਂ ਪਸੰਦ ਹੋ ਸਕਦੀਆਂ, ਪਰ ਆਪਣੀ ਧਰਤੀ ਤੋਂ, ਆਪਣੇ ਪੰਜਾਬ ਤੋਂ ਵੱਧ, ਜਿੱਥੇ ਸਾਨੂੰ ਜਨਮ ਦਿੱਤਾ, ਉਹ ਤੋਂ ਵੱਧ ਕੋਈ ਨਹੀਂ। ਉਹਨਾਂ ਦਾ ਹੀ ਖਾ ਕੇ ਤੇ ਅੱਜ ਉਹ ਕਹਿ ਰਿਹਾ ਵੀ ਖਾਲਿਸਤਾਨ ਦੀ ਮੰਗ ਆ ਜਿਹੜੀ ਉਹ ਮੈਂ ਕਰਦਾ, ਤੇ ਨਾਲ ਇੱਕ ਗਾਣਾ ਵੀਡੀਓ ਪਾ ਰਿਹਾ ਵੀ ਬੰਦੂਕਾਂ ਕਿਸੇ ਦੇ ਹੱਥ 'ਚ ਕੋਈ, ਕਿਸੇ ਦੇ ਹੱਥ 'ਚ ਕੋਈ, ਵੀ ਇਹ ਬੰਦੂਕਾਂ ਚੱਕੋ। ਤੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ, ਜਿੰਨੇ ਵੀ ਮੇਰੇ ਨਾਲ ਮੇਰੇ ਸਾਥੀ 2008 ਦੇ ਵਿੱਚ ਜਿਹੜੀ ਯੂਥ ਕਾਂਗਰਸ ਦੀ ਇਲੈਕਸ਼ਨ ਹੋਈ ਸੀ, ਉਸ ਵੇਲੇ ਦੇ ਸਾਰੇ ਹੀ ਮੇਰੇ ਨਾਲ ਦੇ ਸਟੇਟ ਬਾਡੀ, ਚਾਹੇ ਵਾਈਸ ਪ੍ਰੈਜ਼ੀਡੈਂਟ, ਜਨਰਲ ਸੈਕਟਰੀ, ਸੈਕਟਰੀ ਸਾਹਿਬਾਨ, ਮੇਰੇ ਸਾਰੇ ਹੀ ਉਸ ਵੇਲੇ ਦੇ ਜ਼ਿਲ੍ਹੇ ਪ੍ਰਧਾਨ, ਉਸ ਵੇਲੇ ਬਲਾਕ ਪ੍ਰੈਜ਼ੀਡੈਂਟ, ਡੈਲੀਗੇਟਸ, ਜਨਰਲ ਸੈਕਟਰੀ, ਸੈਕਟਰੀਜ਼, ਵਾਈਸ ਪ੍ਰੈਜ਼ੀਡੈਂਟਸ, ਸਾਰੇ 2008 ਦੀ ਟੀਮ ਨੂੰ ਮੇਰੀ ਬੇਨਤੀ ਆ, ਤੇ ਆਪਣੇ ਆਪਣੇ ਜਿਹੜਾ ਵੀ ਨੇੜੇ ਪੁਲਿਸ ਸਟੇਸ਼ਨ ਆ, ਸਬ ਡਿਵੀਜ਼ਨ ਆ, SDM ਆ, DC ਆ, ਇੰਸਪੈਕਟਰ ਆ, ਮੰਡੇ ਤੇ ਟਿਊਜ਼ਡੇ ਦੋਨੋਂ ਦਿਨ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ, ਵੀ ਇਹਨਾਂ ਦੇ ਖਿਲਾਫ ਪਰਚੇ ਦਰਜ ਹੋਣ। ਸਾਡੇ ਦੇਸ਼ ਧਰੋਹ ਇਹਨਾਂ ਨੇ ਕੀਤਾ, ਜਿਵੇਂ ਪੰਨੂ ਦੇ ਖਿਲਾਫ ਹੋ ਰਹੇ ਆ। ਤੇ ਹੋਣ ਵਾਲੀ ਨਾਲ ਮੈਂ ਇਹ ਵੀ ਜ਼ਰੂਰ ਕਹਾਂ, ਉਹ ਮੇਰੀ ਯੂਥ ਕਾਂਗਰਸ ਵੇਲੇ ਜਿਹੜਾ ਅਸੀਂ ਉਸ ਵੇਲੇ ਕੰਮ ਕੀਤਾ, ਉਹਨਾਂ ਦੇ ਨਾਲ ਨਾਲ ਉਦੋਂ ਬਾਅਦ ਸਾਡੇ ਪ੍ਰੈਜ਼ੀਡੈਂਟ ਵਿਕਰਮਜੀਤ ਜੀ ਰਹੇ, ਉਹਨਾਂ ਦੀ ਸਾਰੀ ਟੀਮ ਜਿਹੜੀ ਉਸ ਵੇਲੇ ਦੇ ਯੂਥ ਕਾਂਗਰਸ ਦੇ ਲੀਡਰ ਰਹੇ, ਤੇ ਲਾਲੀ ਜੀ ਜਿਹੜੀ ਉਹਨਾਂ ਦੀ ਉਸ ਵੇਲੇ ਦੀ ਜਿਹੜੀ ਸਾਰੀ ਯੂਥ ਕਾਂਗਰਸ ਦੀ ਟੀਮ ਰਹੀ, ਤੇ ਹੁਣ ਜਿਹੜੇ ਸਾਡੇ ਢਿੱਲੋਂ ਸਾਹਿਬ ਇਸ ਵੇਲੇ ਮੌਜੂਦਾ ਯੂਥ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦੀ ਸਾਰੀ ਟੀਮ। ਇਕੱਠ ਜ਼ਿਆਦਾ ਨਹੀਂ ਕਰਨਾ ਕਿਉਂਕਿ ਕੋਵਿਡ ਆ, ਸਾਰੇ ਰਲ ਕੇ ਇੱਕ ਇੱਕ ਦੋ ਦੋ ਜਾਣੇ, ਇਹ ਸਾਰੇ ਚਾਰਾਂ ਯੂਥ ਕਾਂਗਰਸ ਦੇ ਵਿੱਚੋਂ ਮੇਰੀ ਸਾਰੇ ਸੀਨੀਅਰ ਜਿਹੜੇ, ਕਿਉਂਕਿ ਅਸੀਂ ਹੁਣ 2008 ਵਾਲੇ ਬੈਚ ਵਾਲੇ ਆ, ਤੇ ਉਦੋਂ ਬਾਅਦ ਵਾਲੇ ਸਾਰਿਆਂ ਨੂੰ ਨਾਲ ਲੈ ਕੇ, ਕਿਉਂਕਿ ਸਾਰੇ ਤੁਸੀਂ ਕਾਂਗਰਸ ਪਾਰਟੀ 'ਚ ਇਕੱਠੇ ਕੰਮ ਕਰਦੇ ਹੋ, ਇਹਨਾਂ ਦੇ ਖਿਲਾਫ ਦੋਨਾਂ ਦੇ, ਦਲਜੀਤ ਦੋਸਾਂਝ ਤੇ ਜੈਜ਼ੀ ਬੀ, ਇਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ, ਜੇ ਪੰਜਾਬ ਦੇ ਲੋਕ ਸਾਨੂੰ ਬੁਲੰਦੀਆਂ ਤੇ ਪਹੁੰਚਾ ਸਕਦੇ ਆ, ਤੇ ਜੇ ਤੁਸੀਂ ਦੇਸ਼ ਦੇ ਦੁਸ਼ਮਣ ਬਣ ਜਾਓਗੇ, ਪੰਜਾਬ ਦੇ ਦੁਸ਼ਮਣ ਬਣ ਜਾਓਗੇ, ਤਾਂ ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਇਹੀ ਲੋਕ ਤੁਹਾਨੂੰ ਸਲਾਖਾਂ ਪਿੱਛੇ ਦੇਖਣਾ ਚਾਹਣਗੇ। ਤੇ ਹੁਣ ਆਪਣਾ ਸਮਝ ਲਿਓ, ਤੁਸੀਂ ਹੁਣ ਖਾਲਿਸਤਾਨ 'ਚ ਰਹਿਣਾ ਹੈ ਜਾਂ ਇਹ ਦੋਨੋਂ ਸਿੰਗਰਾਂ ਨੇ ਪੰਜਾਬ 'ਚ ਆਉਣਾ ਹੈ, ਇਹ ਹੁਣ ਆਪਣਾ ਫੈਸਲਾ ਕਰ ਲਿਓ ਕੁਝ ਦਿਨਾਂ ਦੇ ਵਿੱਚ। ਤੇ ਮੈਂ ਬਾਕੀ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ, ਬੜੇ ਬੜੇ
ਮੈਂ ਹੁਣ ਕੀ ਦੱਸਾਂ ਵੀ ਕਿੰਨਾ ਕਿੰਨਾ ਨਾਂ ਲੋਕਾਂ ਨੇ ਪੰਜਾਬ ਦਾ ਰੋਸ਼ਨ ਕੀਤਾ, ਸਾਡੇ ਮਹਾਨ ਸੰਗੀਤਕਾਰ, ਗੀਤਕਾਰ, ਇੰਡਸਟਰੀ ਦੇ ਵਿੱਚ। ਪਰ ਇਹ ਪਤਾ ਨਹੀਂ ਕਿੱਥੋਂ 2-3 ਬੰਦੇ ਇਕੱਠੇ ਹੋ ਗਏ ਜਿਹੜੇ ਪੰਜਾਬ ਦਾ ਖਾ ਕੇ ਪੰਜਾਬ ਦਾ ਹੀ ਇਹ ਨੁਕਸਾਨ ਕਰਨ ਲੋਕ ਲੱਗ ਗਏ। ਤੇ ਇਸ ਕਰਕੇ ਇਹ ਕੈਨੇਡਾ 'ਚ, ਉੱਥੇ ਅਮਰੀਕਾ 'ਚ ਬਹਿ ਕੇ ਗੱਦੇ ਭਿੰਗੜੇ ਪਾਇਓ। ਹੁਣ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਇਹ ਤੁਹਾਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ, ਕਿਉਂਕਿ ਤੁਸੀਂ ਜਿਸ ਪੰਜਾਬ ਦਾ ਖਾਧਾ ਪੀਤਾ, ਉਸੇ ਪੰਜਾਬ ਦੇ ਨੌਜਵਾਨਾਂ ਦੇ ਖੂਨ ਦੇ ਪਿਆਸੇ ਹੋ ਗਏ। ਉਹ ਤੁਸੀਂ ਇਹ ਕਹੋ ਵੀ ਅਸੀਂ ਕਿਸੇ ਨੌਜਵਾਨਾਂ ਨੂੰ ਇਸ ਇੰਡਸਟਰੀ 'ਚ ਕੰਮ ਦਿਵਾਉਂਦੇ ਹਾਂ, ਅਸੀਂ ਬਾਹਰ ਲੈ ਕੇ ਜਾਂਦੇ ਹਾਂ, ਅਸੀਂ ਉਰੇ ਇੰਸਟੀਚਿਊਟ ਖੋਲ੍ਹਦੇ ਹਾਂ ਵੱਡੇ ਵੱਡੇ, ਕਿਸ ਤਰੀਕੇ ਨਾਲ ਜਿਹੜਾ ਹੈ ਉਹ ਨੌਜਵਾਨ ਚੰਗੇ ਸਿੰਗਰ ਬਣ ਸਕਣ, ਚੰਗੇ ਉਹ ਐਕਟਰ ਬਣ ਸਕਣ। ਤੁਸੀਂ ਆਪ ਬੁਲੰਦੀਆਂ ਤੇ ਪਹੁੰਚ ਕੇ ਸਾਡੇ ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਵੀ ਖਾਲਿਸਤਾਨ ਦੀ ਲੜਾਈ ਲੜੋ, ਸਾਡੇ ਬੱਚਿਆਂ ਨੂੰ ਕਹਿੰਦੇ ਹੋ ਵੀ ਹਥਿਆਰ ਚੱਕੋ ਮੋਢੇ ਤੇ। ਇਹ ਬਰਦਾਸ਼ਤ ਨਹੀਂ ਹੋਣਾ। ਦਲਜੀਤ ਦੋਸਾਂਝ ਤੇ ਆ ਜੈਜੀ ਵੀ ਚੰਗੀ ਤਰ੍ਹਾਂ ਸੁਣ ਲਏ। ਹੁਣ ਪੰਜਾਬ 'ਚ ਆਉਣਾ ਤਾਂ ਪੰਜਾਬ ਤੇ ਧਰਤੀ ਮਾਂ ਦੀ, ਪੰਜਾਬ ਤੇ ਦੇਸ਼ ਦੀ ਗੱਲ ਕਰਨੀ ਪਏਗੀ। ਜੇ ਪੰਜਾਬ ਤੋਂ ਬਾਹਰ ਰਹਿਣਾ ਤਾਂ ਫਿਰ ਤੁਹਾਨੂੰ ਮੁਬਾਰਕ ਆ, ਖਾਲਿਸਤਾਨ ਦੀ ਗੱਲ ਕਿਸੇ ਦੀ ਗੱਲ ਕਰੋ। ਪਰ ਜੇ ਉਰੇ ਦੇਸ਼ 'ਚ ਆਉਣਾ, ਮੈਂ ਕੋਈ ਧਮਕੀ ਨਹੀਂ ਦੇ ਰਿਹਾ, ਪਰ ਅੰਦਰ ਭਾਂਬੜ ਮੱਚਦੇ ਆ ਜਦੋਂ ਸਾਡੇ ਦੇਸ਼ ਦੇ ਖਿਲਾਫ ਬਾਹਰ ਬਹਿ ਕੇ ਮਨਸੂਬੇ ਤੇ ਕਿਵੇਂ ਜਰਜੀਆ ਆ ਦੇਖਿਆ ਟੈਲੀਵਿਜ਼ਨ ਸਾਰਾ ਦਿਨ ਲਾਈਵ ਆਉਂਦਾ ਰਿਹਾ। 20 ਨੌਜਵਾਨ ਸਾਡੇ ਚਾਈਨਾ ਤੇ, ਉਹਨਾਂ ਨੂੰ ਤੁਸੀਂ ਲੈਟਰ ਲਿਖ ਕੇ ਇਹ ਕਹੋ ਵੀ ਸਾਡਾ ਸਾਥ ਦਿਓ ਪੰਨੂ ਸਾਹਿਬ ਤੇ ਇਹ ਦਲਜੀਤ ਦੋਸਾਂਝ ਤੇ ਸਾਰੇ ਉਹਨਾਂ ਨਾਲ ਰਲੇ ਹੋਏ ਨੇ ਜੈਜ਼ੀ ਬੀ ਵਰਗੇ। ਕਿਵੇਂ 3 ਮਹੀਨੇ ਬਾਅਦ ਜਿਹੜਾ ਸਾਡਾ ਨੌਜਵਾਨ ਸੀ ਮਾਨਸਾਲ, ਉਹਦਾ ਮਾਪਿਓ ਨੇ ਵਿਆਹ ਧਰਿਆ ਸੀ, ਉਹ ਤੁਸੀਂ ਉੱਥੇ ਚਾਈਨਾ 'ਚ ਬਾਰਡਰ ਤੇ ਉਹ ਸ਼ਹੀਦ ਹੋਇਆ ਹੈ। ਸਲਾਮ ਆ ਉਹਨਾਂ ਨੂੰ। ਇਸੇ ਤਰੀਕੇ ਗੁਰਦਾਸਪੁਰ ਦਾ, ਪਟਿਆਲੇ ਦਾ। ਤੇ ਇਹ ਨੌਜਵਾਨ ਜਿਹੜੇ ਰੋਜ਼ ਸ਼ਹੀਦ ਹੋ ਕੇ ਆ ਰਹੇ ਆ, ਤੇ ਇਹ ਵੀ ਤਾਂ ਮਾਮਾ ਦੇ ਪੁੱਤ ਨੇ। ਤੁਸੀਂ ਇਹਨਾਂ ਦੇ ਉਲਟ ਜਿਹੜਾ ਇਹ ਦੇਸ਼ ਦੇ ਬਾਹਰ ਬਹਿ ਕੇ ਇਹੋ ਜਿਹੀਆਂ ਤਕਦੀਰਾਂ ਕਰੋ, ਇਹ ਬਰਦਾਸ਼ਤ ਨਹੀਂ ਹੋਣਾ। ਇਹ ਲੜਾਈ ਅਖੀਰ ਤੱਕ ਇਹ ਲੜੀ ਜਾਊ, ਕਿਉਂਕਿ ਜ਼ਿਆਦਾ ਮਹਿਸੂਸ ਤਾਂ ਹੁੰਦਾ, ਆਮ ਕੋਈ ਗੱਲ ਕਰੇ ਤਾਂ ਕਰੇ, ਤੁਹਾਨੂੰ ਤਾਂ ਇਸ ਪੰਜਾਬ ਨੇ ਬਣਾਇਆ, ਇਸ ਪੰਜਾਬ ਦੇ ਨਾਂ ਨਾਲ ਤੁਸੀਂ ਜਾਣੇ ਜਾਂਦੇ ਹੋ, ਇਸ ਪੰਜਾਬੀ ਨਾਲ ਜਾਣੇ ਜਾਂਦੇ ਹੋ, ਤੁਸੀਂ ਇਹਦੇ ਦੁਸ਼ਮਣ ਬਣ ਗਏ। ਇਸ ਕਰਕੇ ਫਿਰ ਮੇਰੀ ਅਖੀਰ ਅਪੀਲ ਆ ਸਾਰੇ ਹੀ ਮੇਰੇ ਯੂਥ ਕਾਂਗਰਸ ਦੇ ਸਾਥੀਆਂ ਨੂੰ, ਇਹ ਦਿਖਾਉਣਾ ਵੀ ਸਾਡਾ ਯੂਥ ਆ ਜਿਹੜਾ ਉਹ ਪੰਜਾਬ ਦੇ ਨਾਲ ਆ, ਆਪਣੇ ਦੇਸ਼ ਨਾਲ ਆ, ਆਪਣੀ ਧਰਤੀ ਨਾਲ ਆ। ਇਹ ਸਰਕਾਰਾਂ ਕਿਸੇ ਦੀਆਂ ਆਉਣੀਆਂ ਜਾਣੀਆਂ, ਚੰਗੇ ਕਮਾੜੇ ਕੰਮ ਕਰਨੇ, ਇਹ ਚੱਲਦਾ ਰਹਿੰਦਾ, ਪਰ ਇਹ ਦੇਸ਼ ਸਾਡਾ ਏ, ਇਹ ਦੇਸ਼ ਸਾਰੇ ਪੰਜਾਬ ਤੇ ਹਿੰਦੁਸਤਾਨੀਆਂ ਦਾ ਏ। ਤੇ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਮੰਡੇ ਤੇ ਟਿਊਜ਼ਡੇ ਦੋਨੋਂ ਦਿਨ ਤੁਸੀਂ ਇਸ ਤੋਂ ਬਚਾ ਕਰਕੇ, ਕਰੋਨਾ ਤੋਂ 2-2 4-4 ਜਾਣੇ 5-5 ਇਕੱਠੇ ਹੋ ਕੇ, ਫਿਰ ਮੈਂ ਬੇਨਤੀ ਕਰਦਾ ਆਪਣੇ ਆਪਣੇ ਸਬ ਡਿਵੀਜ਼ਨ ਤੇ ਆਪਣੇ ਆਪਣੇ ਪੁਲਿਸ ਸਟੇਸ਼ਨ 'ਚ ਇਹ ਤਕੜੇ ਹੋ ਕੇ ਇਹਨਾਂ ਦੇ ਖਿਲਾਫ ਆਪਣੀ ਆਪਣੀ ਸ਼ਿਕਾਇਤ ਆ ਜਿਹੜੀ ਉਹ ਪਰਚਾ ਦਰਜ ਕਰਾਉਣ ਲਈ, FIR ਦਰਜ ਕਰਾਉਣ ਲਈ ਜਿਹੜੀ ਆ ਉਹ ਤੁਸੀਂ ਜ਼ਰੂਰ ਕਰੋ। ਤੇ ਜਥੇਦਾਰ ਸਾਹਿਬ ਵਾਲੀ ਗੱਲ ਆ ਜਿਹੜੀ ਉਹ ਉਹਨਾਂ ਦੇ ਨਾਲ ਮੈਂ ਦੇਖਾਂਗਾ ਵੀ ਕਿਵੇਂ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਉਹਨਾਂ ਤੇ ਦਰਜ ਕਰਾਉਣਾ, ਕੀ ਕਰਨਾ ਹੈ। ਤੇ ਤੁਸੀਂ ਪਰ ਇਹ ਦੋਨਾਂ ਨੂੰ ਇੱਕ ਮੈਸੇਜ ਦੇਣਾ ਹੈ ਤੇ ਅੱਗੇ ਤੋਂ ਕੋਈ ਹਿੰਮਤ ਨਾ ਕਰ ਸਕੇ ਸਾਡੇ ਦੇਸ਼ ਦੇ ਨਾਲ ਵਿਦਰੋਹ ਕਰਨ ਦੀ ਜਾਂ ਸਾਡੇ ਦੇਸ਼ ਦੇ ਖਿਲਾਫ ਬੋਲਣ ਦੀ। ਧੰਨਵਾਦ। ਗੁਰਪਿਆਰੇ, ਜਿੱਥੇ ਤੱਕ ਮਾਂ ਦੀ ਗੱਲ ਹੈ, ਰਾਜ ਦੀ ਗੱਲ ਹੈ ਜਾਂ ਦੇਸ਼ ਦੀ ਗੱਲ ਹੈ, ਇਹ ਹਰ ਧਰਮ ਹਰ ਕੌਮ ਨੂੰ ਸੋਚਣਾ ਪੈਣਾ ਹੈ, ਸਮਝਣਾ ਪੈਣਾ ਹੈ ਕਿ ਉਹਨਾਂ ਦੇ ਬਣਦੇ ਹੱਕ ਕੀ ਨੇ। ਬੇਸ਼ੱਕ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਬਹੁਤ ਵਧੀਆ ਤਰੀਕੇ ਨਾਲ ਭਾਈਚਾਰਕ ਸਾਂਝ ਦੇ ਨਾਲ ਭਾਰਤ ਵਿੱਚ ਇਕਜੁੱਟ ਇਕਮੁੱਠ ਹੋ ਕੇ ਰਹਿੰਦੇ ਨੇ, ਪਰ ਫਿਰ ਵੀ ਹਿੰਦੁਸਤਾਨ ਦੇ ਨਾਮ ਹੇਠ ਹਿੰਦੁਸਤਾਨੀ ਦਾ ਏਜੰਡਾ ਕੌਣ ਚਲਾਉਂਦਾ ਹੈ, ਕੌਣ ਜਾਣਬੁੱਝ ਕੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ, ਕੌਣ ਹਿੰਦੂ ਮੁਸਲਮਾਨ ਸਿੱਖਾਂ ਦੇ ਵਿੱਚ ਲੜਾਈ ਕਰਵਾਉਂਦਾ ਹੈ ਤੇ ਕੌਣ ਉਹਨਾਂ ਦੀਆਂ ਲਾਸ਼ਾਂ ਉੱਤੇ ਰੋਟੀਆਂ ਸੇਕ ਕੇ ਜਾਂਦਾ ਹੈ। 1984 ਦਾ ਜੋ ਕਾਂਡ ਹੋਇਆ, ਉਹ ਜ਼ਖਮ ਹਰ ਕਿਸੇ ਦੇ ਜ਼ਹਿਨ ਵਿੱਚ ਹੈ। ਰਵਨੀਤ ਬਿੱਟੂ ਨੇ ਵੀ ਉਸ ਬਾਰੇ ਗੱਲ ਕੀਤੀ, ਕੋਈ ਨਹੀਂ ਉਸ ਨੂੰ ਭੁਲਾ ਸਕਦਾ, ਪਰ ਉਹ ਕਾਂਡ ਕਿਉਂ ਹੋਇਆ, ਉਹ ਘੱਲੂਘਾਰਾ ਕਿਉਂ ਵਾਪਰਿਆ, ਉਹ ਵੀ ਤਾਂ ਕਾਂਗਰਸ ਸਰਕਾਰ ਦੀ ਹੀ ਦੇਣ ਸੀ। ਇਸ ਲਈ ਕੋਈ ਨਹੀਂ ਮੰਗ ਕਰਦਾ ਕਿ ਨੌਹਾਂ ਨਾਲੋਂ ਮਾਸ ਅਲੱਗ ਹੋਵੇ, ਪਰ ਹਰ ਕੋਈ ਇਹ ਮੰਗ ਹਿੱਕ ਠੋਕ ਕੇ ਕਰਦਾ ਹੈ ਕਿ ਉਹਨਾਂ ਨੂੰ ਇਨਸਾਫ ਮਿਲੇ। ਜਿਸ ਕੌਮ ਦੇ ਜੋ ਬਣਦੇ ਹੱਕ ਹੈ ਨੇ, ਉਹ ਹੱਕ ਉਹਨਾਂ ਨੂੰ ਦਿੱਤੇ ਜਾਣ। ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਹੋਣ, ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਪੰਜਾਬ ਦੀ ਜਵਾਨੀ ਬਚਾਈ ਜਾ ਸਕੇ, ਪੰਜਾਬ ਦੀ ਕਿਸਾਨੀ ਬਚਾਈ ਜਾ ਸਕੇ, ਪੰਜਾਬ ਦੀ ਨੁਹਾਰ ਬਦਲੀ ਜਾ ਸਕੇ, ਘਰ ਘਰ ਨੌਕਰੀ ਪਹੁੰਚਾਈ ਜਾ ਸਕੇ। ਪਰ ਇਹ ਸਰਕਾਰਾਂ ਸਿਰਫ ਹੱਥ 'ਚ ਬਾਣੀ ਫੜ ਕੇ ਸੌਹਾਂ ਖਾਣ ਜੋਗੀਆਂ ਨੇ, ਤੇ ਜਦੋਂ ਉਹ ਸੌਹਾਂ ਪੂਰਾ ਕਰਨ ਦਾ ਸਮਾਂ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਇਹ ਭੁੱਲ ਜਾਂਦੀਆਂ ਨੇ ਕਿ ਉਸ ਬਾਬੇ ਦੇ ਦਰ ਤੇ ਜਾ ਕੇ ਵੀ ਸਾਨੂੰ ਜਵਾਬਦਾਰੀ ਦੇਣੀ ਪੈਣੀ ਹੈ ਕਿ ਬਾਣੀ ਹੱਥ 'ਚ ਫੜ ਕੇ ਅਸੀਂ ਕਿਉਂ ਪੂਰੇ ਪੰਜਾਬ ਨੂੰ
ਧੋਖਾ ਦਿੱਤਾ। ਹੁਣ ਇਹ ਆਉਣ ਵਾਲਾ ਵਕਤ ਤੈਅ ਕਰੇਗਾ ਕਿ ਦਲਜੀਤ ਦੋਸਾਂਝ ਅਤੇ ਜਜ਼ਬੀ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਕਿੱਥੇ-ਕਿੱਥੇ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਜਾਂਦਾ ਹੈ ਅਤੇ ਰਵਨੀਤ ਬਿੱਟੂ ਕਿਸ ਤਰੀਕੇ ਸਾਹਮਣੇ ਨੇ ਗੁਰਪਤਵੰਤ ਪੰਨੂ ਅਤੇ ਧਾਰੀਵਾਲ ਨੂੰ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।